हाँ जी, नैक्सट है डीमैरिट्स ऑफ ग्लोबलाइजेशन। ਜਿਹੜੀਆਂ ਗਲੋਬਲਾਈਜੇਸ਼ਨ ਦੀਆਂ ਕੀ ਡੀਮੈਰਿਟਸ ਨੇ। ਪਹਿਲਾਂ ਹੈ ਲॉस ਟੂ ਡੋਮੈਸਟਿਕ ਇੰਡਸਟਰੀਜ਼। ਗਲੋਬਲਾਈਜੇਸ਼ਨ ਹੈਜ਼ ਰਿਜ਼ਲਟਡ ਇਨ ਇਨਕਰੀਜ਼ ਇਨ ਕੰਪੀਟੀਸ਼ਨ ਇਨ ਇੰਡੀਅਨ ਇਕੋਨਮੀ। ਗਲੋਬਲਾਈਜੇਸ਼ਨ ਹੋਣ ਦੇ ਨਾਲ ਇੰਡੀਆ ਦੀ ਇਕੋਨਮੀ ਦੇ ਵਿੱਚ ਕਾਫੀ ਜ਼ਿਆਦਾ ਕੰਪੀਟੀਸ਼ਨ ਵੱਧ ਗਿਆ। ਕੌਨਸੀਕੁਐਂਟਲੀ ਇੰਡੀਅਨ ਇੰਡਸਟਰੀਜ਼ ਹੈਵ ਟੂ ਕੰਪੀਟ ਵਿਦ ਫੋਰਨ ਇੰਡਸਟਰੀਜ਼। ਜਿਹੜੀਆਂ ਇੰਡੀਆ ਦੀਆਂ ਜਿਹੜੀਆਂ ਇੰਡਸਟਰੀਜ਼ ਨੇ ਜਾਂ ਉਦਯੋਗ ਆ ਉਹਨਾਂ ਨੂੰ ਫੋਰਨ ਇੰਡਸਟਰੀ ਦੇ ਨਾਲ ਕੰਪੀਟ ਕਰਨਾ ਪੈ ਰਿਹਾ, ਮਤਲਬ ਮੁਕਾਬਲਾ ਕਰਨਾ ਪੈ ਰਿਹਾ। ਬਟ ਇੰਡੀਅਨ ਇੰਡਸਟਰੀਜ਼ ਆਰ ਫਾਈਂਡਿੰਗ ਇਟ ਡਿਫੀਕਲਟ ਟੂ ਕੰਪੀਟ ਵਿਦ ਫੋਰਨ ਇੰਡਸਟਰੀਜ਼ ਡਿਊ ਟੂ low cost and better quality of foreign goods। ਸੋ ਇੰਡੀਅਨ ਜਿਹੜੀਆਂ ਕੰਪਨੀਜ਼ ਨੇ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਜਿਵੇਂ ਆਪਾਂ ਕਹਿ ਦਈਏ ਇਹਦੇ ਵਿੱਚ ਲੋ ਫੀਲ ਕਰ ਰਹੀਆਂ ਨੇ। ਰੀਜ਼ਨ ਕੀ ਆ? ਜਿਹੜੀਆਂ ਬਾਹਰਲੀ ਕੰਪਨੀਜ਼ ਦੀਆਂ ਗੁੱਡਸ ਨੇ ਉਹ ਘੱਟ ਮੁੱਲ 'ਤੇ ਨੇ, ਵਧੀਆ ਕੁਆਲਿਟੀ ਦੀਆਂ ਨੇ। ਸੋ ਦਿਸ ਇਜ਼ ਰਿਜ਼ਲਟਿੰਗ ਇਨ ਲੋਸਿਸ ਟੂ ਇੰਡੀਅਨ ਇੰਡਸਟਰੀ। ਇਹਦੇ ਨਾਲ ਇੰਡੀਅਨ ਇੰਡਸਟਰੀ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ। ਸੈਕਿੰਡ ਹੈ ਡੈਮੋਨਸਟ੍ਰੇਸ਼ਨ ਇਫੈਕਟ। Due to globalization, demonstration effect has affected the Indian consumers because of easy availability of foreign goods। Demonstration ਦਾ ਮਤਲਬ ਹੁੰਦਾ ਕਿਸੇ ਚੀਜ਼ ਦਾ ਕੁਛ, ਜਿਵੇਂ ਮੰਨ ਲਓ ਆਪਾਂ ਕੋਈ ਪ੍ਰੋਡਕਟ ਆ, ਜਦੋਂ ਆਪਾਂ ਨੂੰ ਕੋਈ ਉਹਨੂੰ ਚਲਾ ਕੇ ਦਿਖਾਉਂਦਾ ਜਾਂ ਯੂਜ਼ ਕਰਕੇ ਦਿਖਾਉਂਦਾ ਤਾਂ ਆਪਣੇ ਦੇ ਉੱਪਰ ਉਹ ਚੀਜ਼ ਦਾ ਇਫੈਕਟ ਪੈਂਦਾ, ਆਪਾਂ ਉਹਨੂੰ ਦੇਖ ਕੇ ਸਿੱਖਦੇ ਹਾਂ, ਠੀਕ ਆ। ਸੋ ਐਜ਼ ਅ ਰਿਜ਼ਲਟ ਕੰਜ਼ੰਪਸ਼ਨ ਆਫ ਲਗਜ਼ਰੀਜ਼ ਐਂਡ ਟੈਂਡੈਂਸੀ ਆਫ ਵੇਸਟਫੁਲ ਐਕਸਪੈਂਡੀਚਰ ਹੈਵ ਇਨਕਰੀਜ਼ਡ ਇਨ ਇੰਡੀਆ। ਮਤਲਬ ਲੋਕਾਂ ਨੂੰ ਡੈਮੋ ਦੇ ਕੇ ਜਾਂ ਲੋਕਾਂ ਨੂੰ ਇੱਦਾਂ ਉਹ ਐਡ ਦੇ ਵਿੱਚ ਪ੍ਰਜੈਂਟ ਕਰਦੇ ਆ ਕਿ ਲੋਕ ਲਗਜ਼ਰੀ ਗੁੱਡਸ ਵੱਧ ਖਰੀਦ ਰਹੇ ਆ, ਜਾਂ ਕਹਿ ਦਈਏ ਆਪਾਂ ਇੱਕ ਵੇਸਟਫੁਲ ਐਕਸਪੈਂਡੀਚਰ ਇੰਡੀਆ ਦੇ ਵਿੱਚ ਅੱਗੇ ਨਾਲੋਂ ਵੱਧ ਗਿਆ ਵਾ। ਯਾਨੀ ਕਿ ਉਹ ਚੀਜ਼ ਸਸਤੀ ਵੀ ਲਈ ਜਾ ਸਕਦੀ ਹੁੰਦੀ ਹੈ ਬਟ ਲੋਕ ਬ੍ਰਾਂਡਡ ਕਹਿ ਕੇ ਉਹ ਮਹਿੰਗੀ ਵੀ ਖਰੀਦਦੇ ਆ। ਸੋ ਡੈਮੋਨਸਟ੍ਰੇਸ਼ਨ ਇਫੈਕਟ ਹੈਜ਼ ਐਡਵਰਸਲੀ ਇਫੈਕਟਡ ਇੰਡੀਅਨ ਕਲਚਰ ਐਂਡ ਮੋਰਲ ਵੈਲਿਊਜ਼ ਐਜ਼ ਵੈਲ। ਸੋ ਜਿਹੜਾ ਇੰਡੀਆ ਦਾ ਸੱਭਿਆਚਾਰ ਆ ਜਾਂ ਲੋਕਾਂ ਦੀਆਂ ਮੋਰਲ ਵੈਲਿਊਜ਼ ਨੇ, ਸੋ ਜਿਹੜੀਆਂ ਐਡਸ ਵਗੈਰਾ ਨੇ ਉਹਨਾਂ ਨੇ ਉਹਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਦਿੱਤਾ ਹੈ। Next है dominance of foreign companies। Due to globalization, dominance of foreign companies in Indian market has increased considerably। Globalization ਹੋਣ ਦੇ ਨਾਲ ਜਿਹੜਾ foreign companies ਦੀ dominance ਆ ਜਾਂ ਉਹਨਾਂ ਦੀ ਪਾਵਰ ਆ ਇੰਡੀਅਨ ਮਾਰਕੀਟ 'ਚ ਬਹੁਤ ਵੱਧ ਗਈ ਆ। A large part of Indian market is under the possession of foreign companies। ਮਤਲਬ ਇੰਡੀਆ ਦੀ ਮਾਰਕੀਟ ਦਾ ਬਹੁਤ ਜ਼ਿਆਦਾ ਹਿੱਸਾ ਬਾਹਰਲੀਆਂ ਕੰਪਨੀਆਂ ਦੇ ਕੋਲ ਹੀ ਹੈਗਾ ਵਾ। For example, at present a large share of cold drink market in India is controlled ਬਾਏ ਪੈਪਸੀ ਐਂਡ ਕੋਕ। ਮੌਜੂਦਾ ਸਮੇਂ ਦੇ ਵਿੱਚ ਜਿਹੜੀ ਲਾਰਜ ਸਕੇਲ ਦੇ ਉੱਪਰ ਜਿਹੜੀ ਮਾਰਕੀਟ ਆ ਉਹ ਕਿਹਦੇ ਹੱਥ ਦੇ ਵਿੱਚ ਆ ਜਾਂ ਕਿਹਦੇ ਅੰਡਰ ਆ? ਪੈਪਸੀ ਅਤੇ ਕੋਕ ਦੇ ਅੰਡਰ ਹੀ ਆ। ਹੁਣ ਦੇਖੋ ਦੋਨੇ ਫੋਰਨ ਕੰਪਨੀਜ਼ ਦੇ ਪ੍ਰੋਡਕਟ ਨੇ ਇਹ, ਠੀਕ ਆ। ਨੈਕਸਟ ਹੈ ਇਨਕਰੀਜ਼ ਇਨ ਇਕਨੋਮਿਕ ਇਨਇਕੁਐਲਿਟੀਜ਼। ਆਰਥਿਕ ਤੌਰ 'ਤੇ ਇਨਇਕੁਐਲਿਟੀਜ਼ ਹੋਰ ਵੱਧ ਰਹੀਆਂ ਨੇ। MNCs ਐਂਡ ਬਿਗ ਬਿਜ਼ਨਸ ਹਾਊਸਿਸ ਹੈਵ ਬੀਨ ਬੈਨੀਫਿਟਡ ਡਿਊ ਟੂ ਗਲੋਬਲਾਈਜੇਸ਼ਨ। ਗਲੋਬਲਾਈਜੇਸ਼ਨ ਹੋਣ ਦੇ ਨਾਲ ਜਿਹੜੇ ਵੱਡੇ ਬਿਜ਼ਨਸ ਸੀਗੇ ਜਾਂ ਵੱਡੀਆਂ ਬਿਜ਼ਨਸ ਔਰਗਨਾਈਜੇਸ਼ਨ ਜਾਂ MNC ਸੀ ਉਹਨਾਂ ਨੂੰ ਹੀ ਫਾਇਦੇ ਹੋਏ ਆ। ਬਟ ਸਮੋਲ ਐਂਡ ਮੀਡੀਅਮ ਇੰਡਸਟਰੀਜ਼ ਹੈਵ ਬੀਨ ਹਿੱਟ ਐਡਵਰਸਲੀ ਬਾਈ ਗਲੋਬਲਾਈਜੇਸ਼ਨ। ਬਟ ਜਦ ਕਿ ਜਿਹੜੀਆਂ ਛੋਟੀਆਂ ਅਤੇ ਮੀਡੀਅਮ ਇੰਡਸਟਰੀ ਸੀ ਉਹ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈਆਂ ਗਲੋਬਲਾਈਜੇਸ਼ਨ ਹੋਣ ਕਰਕੇ। ਕੌਨਸੀਕੁਐਂਟਲੀ ਦ ਇਨਇਕੁਐਲਿਟੀਜ਼ ਬਿਟਵੀਨ ਰਿਚ ਐਂਡ ਦਾ ਪੂਅਰ ਦੈਟ ਇਜ਼ ਇਕਨੋਮਿਕ ਇਨਇਕੁਐਲਿਟੀਜ਼ ਹੈਵ ਇਨਕਰੀਜ਼ਡ। ਮਤਲਬ ਜਿਹੜੇ ਅਮੀਰ ਨੇ ਉਹ ਹੋਰ ਅਮੀਰ ਹੋ ਗਏ, ਜਿਹੜੇ ਗਰੀਬ ਨੇ ਹੋਰ ਗਰੀਬ ਹੋ ਗਏ। ਸੋ ਜਿਹੜੀ ਇਹ ਇਕਨੋਮਿਕ ਇਨਇਕੁਐਲਿਟੀ ਆ ਅੱਗੇ ਨਾਲੋਂ ਬਹੁਤ ਇਨਕਰੀਜ਼ ਹੋ ਗਈ ਆ। ਨੈਕਸਟ ਹੈ ਆਪਣੇ ਕੋਲੇ ਅਨਇੰਪਲੋਇਮੈਂਟ। कैपिटल इंटेंसिव टैक्नोलॉजी इज़ बीइंग यूज्ड बाय फॉरेन कंपनीज ऑपरेटिंग इन इंडिया। जिन्नियां भी इंडिया दे विच कंपनीज लगियां हुई बाहरलियां ये कैपिटल इंटेंसिव टैक्नोलॉजी यूज़ करदियां, मतलब ज़्यादा महंगी टैक्नोलॉजी यूज़ करदियां ने। इन ऑर्डर टू कंपीट विद फॉरेन कंपनीज इंडियन कंपनीज आर ऑल्सो यूजिंग इंपोर्टेड कैपिटल इंटेंसिव टैक्नोलॉजी। इनक्रीज्ड यूज़ ऑफ मशीन्स, कंप्यूटर्स एंड ऑटोमेशन टैक्नोलॉजी हैज़ कंसीडरेबली रिड्यूस द इंप्लॉयमेंट अपॉर्चुनिटीज़ फॉर ह्यूमन बीइंग्स इन इंडिया। हुण देखो इन्हां नूं देख के ਕਹਿੰਦੇ ਜਿਹੜੀਆਂ ਫੋਰਨ ਕੰਪਨੀਜ਼ ਨੂੰ ਦੇਖ ਕੇ ਇੰਡੀਆ ਦੀਆਂ ਕੁਛ ਕੰਪਨੀਜ਼ ਨੇ ਉਹ ਵੀ ਬਾਹਰੋਂ ਮਹਿੰਗੀ ਟੈਕਨੋਲੋਜੀ ਇੰਪੋਰਟ ਕਰਵਾਉਂਦੀਆਂ, ਮੰਗਵਾਉਂਦੀਆਂ ਨੇ ਅਤੇ ਉਹਨਾਂ ਦੀ ਥਾਂ 'ਤੇ ਫਿਰ ਉਹ ਕੀ ਹੈ, ਇਨਸਾਨਾਂ ਦੀ ਥਾਂ 'ਤੇ ਮਸ਼ੀਨਸ, ਕੰਪਿਊਟਰ ਅਤੇ ਆਟੋਮੈਟਿਕ ਟੈਕਨੋਲੋਜੀ ਹੀ ਯੂਜ਼ ਹੋ ਰਹੀ ਆ, ਜਿਹਦੇ ਕਰਕੇ ਜਿਹੜਾ ਇੰਪਲੋਇਮੈਂਟ ਆ ਉਹ ਰਿਡਿਊਸ ਹੋ ਰਿਹਾ। ਮਤਲਬ ਜਿਹੜੇ ਰੁਜ਼ਗਾਰ ਦੇ ਮੌਕੇ ਆ ਇੰਡੀਆ ਦੇ ਵਿੱਚ ਇਨਸਾਨਾਂ ਲਈ ਉਹ ਘੱਟ ਰਹੇ ਆ। ਸੋ ਐਜ਼ ਅ ਰਿਜ਼ਲਟ ਅਨਇੰਪਲੋਇਮੈਂਟ ਹੈਜ਼ ਇਨਕਰੀਜ਼ਡ ਇਨ ਇੰਡੀਆ ਡਿਊ ਟੂ ਗਲੋਬਲਾਈਜੇਸ਼ਨ। ਸੋ ਗਲੋਬਲਾਈਜੇਸ਼ਨ ਦੇ ਕਰਕੇ ਜਿਹੜੀ ਬੇਰੁਜ਼ਗਾਰੀ ਉਹ ਵੱਧ ਗਈ ਆ। Next है exploitation of labor। Under globalization, MNCs have started their business operations in India just to exploit cheap labor force of India। So globalization ਹੋਣ ਦੇ ਕਰਕੇ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਨੇ ਉਹਨਾਂ ਨੇ ਆਪਣਾ ਬਿਜ਼ਨਸ ਇੰਡੀਆ ਦੇ ਵਿੱਚ ਸ਼ੁਰੂ ਕੀਤਾ। ਕਾਹਦੇ ਲਈ? ਕਿਉਂਕਿ ਇੱਥੇ ਜਿਹੜੀ ਲੇਬਰ ਆ ਜਾਂ ਜਿਹੜੇ ਕੰਮ ਕਰਨ ਵਾਲੇ ਲੋਕ ਆ ਸਸਤੇ ਮਿਲਦੇ ਆ ਅਤੇ ਉਹਨਾਂ ਨੂੰ ਉਹ ਐਕਸਪਲੋਇਟ ਕਰ ਸਕਦੇ ਆ, ਮਤਲਬ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾ ਸਕਦੇ ਆ। ਇਹਨੂੰ ਸ਼ੋਸ਼ਣ ਕਰਨਾ ਕਹਿੰਦੇ ਆ। ਲੋ ਵੇਜ ਰੇਟਸ, ਲੌਂਗ ਵਰਕਿੰਗ ਆਵਰਸ ਐਂਡ ਨੋ ਜੋਬ ਸਿਕਿਉਰਿਟੀ ਆਰ ਦਾ ਮੇਨ ਫੀਚਰਸ ਆਫ
ਲੇਬਰ ਪੋਲਿਸੀ ਆਫ ਸੱਚ ਕੰਪਨੀਜ਼। ਹੁਣ ਜਿਹੜੀਆਂ ਬਾਹਰਲੀ ਕੰਪਨੀਆਂ ਨੇ ਇਹ ਇੱਕ ਤਾਂ ਸੈਲਰੀ ਘੱਟ ਦਿੰਦੀਆਂ ਨੇ, ਜ਼ਿਆਦਾ ਟਾਈਮ ਕੰਮ ਲੈਂਦੀਆਂ ਨੇ ਲੋਕਾਂ ਤੋਂ, ਅਤੇ ਜੋਬ ਦੀ ਸਿਕਿਉਰਿਟੀ ਕੋਈ ਨਹੀਂ, ਮਤਲਬ ਕਿਸੇ ਵੀ ਟਾਈਮ ਜੋਬ ਤੋਂ ਕੱਢ ਸਕਦੇ ਆ। ਸੋ ਇਹ ਇਹਨਾਂ ਦੀ ਜਿਹੜੀ ਲੇਬਰ ਪੋਲਿਸੀ ਹੈ ਉਹਦੀਆਂ ਕੁਛ ਪੁਆਇੰਟਸ ਨੇ। ਦਿਸ ਹੈਜ਼ ਰਿਜ਼ਲਟਡ ਇਨ ਐਕਸਪਲੋਇਟੇਸ਼ਨ ਆਫ ਲੇਬਰ। ਇਹਦੇ ਨਾਲ ਕੀ ਆ, ਜਿਹੜੇ ਲੇਬਰ ਆ ਉਹਨਾਂ ਦਾ ਸ਼ੋਸ਼ਣ ਹੋ ਰਿਹਾ, ਐਕਸਪਲੋਇਟੇਸ਼ਨ ਹੋ ਰਿਹਾ। ਨੈਕਸਟ ਹੈ ਟੈਕਸ ਇਵੇਜਨਸ। ਅੰਡਰ ਗਲੋਬਲਾਈਜੇਸ਼ਨ ਫੋਰਨ ਇਨਵੈਸਟਰਸ ਐਂਡ MNCs ਆਰ ਯੂਜ਼ਿੰਗ ਸੈਵਰਲ ਕਲੈਵਰ ਟੈਕਟਿਕਸ ਟੂ ਇਵੇਟ ਟੈਕਸਿਸ। ਹੁਣ ਗਲੋਬਲਾਈਜੇਸ਼ਨ ਹੋਣ ਦੇ ਕਰਕੇ ਜਿਹੜੇ ਫੋਰਨ ਇਨਵੈਸਟਰਸ ਨੇ ਜਾਂ MNCs ਨੇ ਇਹ ਕੁਛ ਇੱਦਾਂ ਦੇ ਟੈਕਟਿਕਸ, ਕੁਛ ਇੱਦਾਂ ਦੇ ਢੰਗ ਤਰੀਕੇ ਯੂਜ਼ ਕਰਦੇ ਆ ਜਿਹਨਾਂ ਟੈਕਸ ਤੋਂ ਬਚਿਆ ਜਾ ਸਕੇ। For example, several investors have been investing in India through Mauritius just to evade taxes. Tax evasions inflicts a severe loss on the nation। ਹਾਂਜੀ, ਹੁਣ ਇਹਦੇ ਵਿੱਚ ਐਗਜ਼ਾਮਪਲ ਦੇ ਕੇ ਸਮਝਾਇਆ ਕਿ ਜਿਹੜੇ ਬਹੁਤ ਸਾਰੇ ਇਨਵੈਸਟਰ ਲੋਕ ਨੇ ਉਹ ਆਪਦਾ ਪੈਸਾ ਇੰਡੀਆ ਦੇ ਵਿੱਚ ਇਨਵੈਸਟ ਕਰਦੇ ਆ, ਬਟ ਮੋਰੀਸ਼ੀਅਸ ਨਾਂ ਦੀ ਕੰਟਰੀ ਦੇ ਥਰੂ ਕਰਦੇ ਆ, ਕਿਉਂਕਿ ਉੱਥੋਂ ਜੇ ਇਨਵੈਸਟ ਕੀਤਾ ਜਾਂਦਾ ਤਾਂ ਟੈਕਸ ਘੱਟ ਲੱਗਦੇ ਆ। ਠੀਕ ਆ, ਸੋ ਇਹਦੇ ਨਾਲ ਇੰਡੀਆ ਨੂੰ ਬਹੁਤ ਨੁਕਸਾਨ ਹੋ ਰਿਹਾ। ਨੈਕਸਟ ਪੁਆਇੰਟ ਹੈ ਪੋਲੀਟੀਕਲ ਇੰਟਰਫੇਰੈਂਸ, ਰਾਜਨੀਤਿਕ ਦਖਲ ਅੰਦਾਜ਼ੀ। Due to globalization, economic conditions and economic policy of India affect the companies and countries economically integrated with ਇੰਡੀਆ। ਸੋ ਜਿੰਨੇ ਵੀ ਦੇਸ਼ ਜਾਂ ਉਹ ਦੇਸ਼ਾਂ ਦੀਆਂ ਕੰਪਨੀਜ਼ ਇੰਡੀਆ ਦੇ ਵਿੱਚ ਲੱਗੀਆਂ ਹੋਈਆਂ ਨੇ ਉਹ ਕਹਿੰਦੇ ਜੇ ਇੰਡੀਆ ਦੀ ਇਕਨੋਮਿਕ ਪੋਲਿਸੀ ਆ ਉਹਦੇ ਨਾਲ ਪ੍ਰਭਾਵਿਤ ਹੁੰਦੀਆਂ। ਸੋ ਸੱਚ ਕੰਪਨੀਜ਼ ਐਂਡ ਕੰਟਰੀਜ਼ ਇਨਫਲੂਐਂਸ ਦਾ ਵਰਕਿੰਗ ਆਫ ਦਾ ਗਵਰਨਮੈਂਟ ਟੂ ਗੈਟ ਦਾ ਫੇਵਰੇਬਲ ਪੋਲਿਸੀਜ਼ ਇਨੈਕਟਡ। ਸੋ ਜਿਹੜੀਆਂ ਬਾਹਰਲੀਆਂ ਵੱਡੀਆਂ ਕੰਪਨੀਜ਼ ਨੇ ਜਾਂ ਬਾਹਰਲੇ ਦੇਸ਼ ਨੇ ਇਹ ਆਪਦੇ ਵੱਲੋਂ ਪੂਰੀ ਤਰ੍ਹਾਂ ਨਾਲ ਦੂਜੇ ਦੇਸ਼ ਦੀ ਗਵਰਨਮੈਂਟ ਨੂੰ, ਮਤਲਬ ਇੰਡੀਆ ਦੀ ਗਵਰਨਮੈਂਟ ਨੂੰ ਪ੍ਰਭਾਵਿਤ ਕਰਦੇ ਆ ਅਤੇ ਆਪਦੀਆਂ ਜਿਹੜੀਆਂ ਫੇਵਰੇਬਲ ਪੋਲਿਸੀਜ਼ ਨੇ ਉਹੀ ਇਨੈਕਟ ਕਰਵਾਉਂਦੇ ਆ, ਲਾਗੂ ਕਰਵਾਉਂਦੇ ਆ। ਸੋ ਦਿਸ ਹੈਜ਼ ਅ ਸੀਰੀਅਸ ਇੰਪਲੀਕੇਸ਼ਨ ਫॉर द ਸੋਵਰੇਨਟੀ ਆਫ ਦ ਨੇਸ਼ਨ। ਮਤਲਬ ਇਹਨਾਂ ਦੇਸ਼ ਦੀ ਜਿਹੜੀ ਪ੍ਰਭੂ ਸੱਤਾ ਵਾ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦੀ ਆ। ਠੀਕ ਆ।